ਪ੍ਰੇਜ਼ ਗॉड ਆਮੇਨ। ਇੱਕ ਵਾਰ ਫਿਰ ਅਮੀਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪ੍ਰੇਮ ਭਰਿਆ ਸਲਾਮ, ਜੈ ਮਸੀਹ ਦੀ, ਹਾਲੇਲੂਇਆ। ਤੇ ਅੱਜ ਅਸੀਂ ਫਿਰ ਆਪ ਦੇ ਕੋਲ ਪ੍ਰਭੂ ਦਾ ਵਚਨ ਲੈ ਕੇ ਆਏ ਹਾਂ ਔਰ ਉਹ ਅੱਜ ਦਾ ਜੋ ਟੌਪਿਕ ਹੈ ਕ੍ਰਾਈਸਟ ਆਵਰ ਗ੍ਰੇਟ ਸੈਕਰੀਫਾਈਸ। ਮਸੀਹ ਦੀ ਬਹੁਤ ਮਹਾਨ ਕੁਰਬਾਨੀ ਜਿਹੜੀ ਆ ਉਹ ਸਾਰੇ ਪਾਪੀ ਸੰਸਾਰ ਦੇ ਲਈ ਹੋਈ ਆ। ਔਰ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਵਚਨ ਨੂੰ ਪੜ੍ਹੀਏ, ਸੁਣੀਏ ਔਰ ਉਹਨੂੰ ਸਮਝੀਏ, ਆਈਏ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਦਿਆਲੂ ਪਰਮੇਸ਼ਵਰ, ਤੇਰਾ ਲੱਖ ਲੱਖ ਸ਼ੁਕਰੀਆ ਅਦਾ ਕਰਦੇ ਹਾਂ ਕਿ ਇੱਕ ਵਾਰ ਫਿਰ ਤੇਰੇ ਚਰਨਾਂ 'ਚ ਝੁਕਾਏ ਨੇ। ਜਿੰਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਦਰਸ਼ਕ ਦੇਖ ਰਹੇ ਨੇ ਔਰ ਪਿਤਾ ਪਰਮੇਸ਼ਵਰ ਉਹਨਾਂ ਉੱਤੇ ਤੇਰਾ ਰਹਿਮ, ਤੇਰਾ ਫਜ਼ਲ, ਤੇਰੀ ਦਇਆ, ਤੇਰੀ ਕਰਨਾ, ਤੇਰੀ ਕਿਰਪਾ ਹਮੇਸ਼ਾ ਤੱਕ ਬਣੀ ਰਹੇ। ਸਭ ਦੇ ਮਨਾਂ ਨੂੰ ਖੋਲ ਦੇ, ਸਭ ਦੇ ਦਿਲਾਂ ਦਿਮਾਗਾਂ ਨੂੰ ਖੋਲ ਦੇ, ਸਭ ਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰ ਦੇ ਤਾਂ ਕਿ ਤੇਰੀ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਉਹ ਤੇਰੇ ਕਲਾਮ ਨੂੰ ਆਪਣੇ ਦਿਲਾਂ ਦੇ ਵਿੱਚ, ਆਪਣੇ ਜਿਹਨਾਂ ਦੇ ਵਿੱਚ ਲੈਣ ਤਾਂ ਕਿ ਉਸ ਕਲਾਮ ਨੂੰ ਸਮਝ ਕੇ ਉੱਤੇ ਚੱਲ ਕੇ ਤੇਰੇ ਨਾਂ ਨੂੰ ਉੱਚਾ ਕਰਨ, ਤੇਰੇ ਨਾਂ ਨੂੰ ਜਲਾਲ ਪਹੁੰਚਾਉਣ, ਤੇਰੇ ਫਰਜ਼ੰਦ ਬਣ, ਹਮੇਸ਼ਾ ਤੇਰੇ ਹੀ ਬਣੇ ਰਹਿਣ। ਪਿਤਾ ਪਰਮੇਸ਼ਵਰ, ਜਿੱਥੇ ਵੀ ਇਹ ਆਵਾਜ਼ ਪਹੁੰਚਦੀ ਹੈ ਤੇਰੇ ਖਾਦਮ ਦੀ, ਪਿਤਾ ਪਰਮੇਸ਼ਵਰ ਇਸ ਆਵਾਜ਼ ਨੂੰ ਹੋਰ ਬੁਲੰਦ ਕਰਨਾ, ਆਪਣਾ ਵਚਨ ਮੈਨੂੰ ਦੇ ਤਾਂ ਕਿ ਤੇਰਾ ਵਚਨ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰੇ, ਉਹਨਾਂ ਦੀਆਂ ਜ਼ਿੰਦਗੀਆਂ ਤਬਦੀਲ ਹੋ ਜਾਣ, ਉਹ ਸਾਰੇ ਲੋਕ ਬਰਕਤ ਪਾਉਣ, ਤੇਰੇ ਨਾਂ ਨੂੰ ਉੱਚਾ ਕਰਨ, ਕਿਉਂਕਿ ਸਾਰੀਆਂ ਬਰਕਤਾਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਅੱਜ ਦਾ ਜੋ ਸਕ੍ਰਿਪਚਰ ਰੀਡਿੰਗ ਹੈ ਇਨ ਵਰਸ 11 to 12, Hebrew chapter 9 verse 11 to 12. Let's read. But Christ came as a high priest of the good thing to come, with the greater and the more perfect tabernacle, not made with hands, that is not of this creation, not with the blood of goats and calves, but with his own blood he entered the most holy place once for all, having obtained eternal redemption. May the Lord bless the portion which has been read. Now I will read in Punjabi and the book of Hebrew chapter 9 verse 11 to 12. ਪਰ ਜਦ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲਾਂ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਹੀਂ, ਜੋ ਹੱਥਾਂ ਦਾ ਬਣਿਆ ਹੋਇਆ ਨਹੀਂ ਅਰਥਾਤ ਇਹ ਸ੍ਰਿਸ਼ਟੀ ਦਾ ਨਹੀਂ ਹੈ, ਉਹ ਬੱਕਰਿਆਂ ਤੇ ਬੱਚਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਪ੍ਰਭੂ ਦੇ ਵਚਨ ਪੜ੍ਹੇ ਜਾਣ ਤੇ ਆਸ਼ੀਸ਼ ਤੇ ਬਰਕਤ ਹੋਵੇ, ਆਮੀਨ। ਅਸੀਂ ਇਹ ਗੌਰ ਕਰਨਾ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਮਹਾਨ ਜੋ ਕੁਰਬਾਨੀ ਹੈ ਔਰ ਜੋ ਉਹਨਾਂ ਨੇ ਕੁਰਬਾਨੀ ਇਹ ਸਾਰੇ ਮਨੁੱਖ ਜਾਤੀ ਦੇ ਵਾਸਤੇ ਦਿੱਤੀ ਅੱਜ ਤੋਂ 2000 ਸਾਲ ਪਹਿਲਾਂ, 2020 ਤੋਂ ਅੱਜ we want to see it that how Christ the sacrifice was the very great. So before the foundation of the world, God made the plan of salvation. ਖੁਦਾਵੰਦ ਨੇ ਇਸ ਦੁਨੀਆ ਦੀ ਨੀਂਹ ਰੱਖਣ ਤੋਂ ਪਹਿਲਾਂ, ਇਨਸਾਨ ਨੂੰ ਬਣਾਉਣ ਤੋਂ ਵੀ ਪਹਿਲਾਂ ਸਾਡੀ ਨਜਾਤ ਦੀ ਤਜਵੀਜ਼ ਬਣਾਈ, ਸਾਡੀ ਨਜਾਤ ਦੀ ਯੋਜਨਾ ਬਣਾਈ। This was based on man's acceptance of faith alone of Christ substitutionary death। तो ਜਿਹਦਾ ਮਤਲਬ ਇਹ ਹੈ
ਕਿ ਇਹ ਜਿਹੜੀ ਆ ਉਸ ਬੇਸ ਦੇ ਉੱਤੇ ਬਣਾਈ ਗਈ ਆ ਕਿ ਜਦੋਂ ਜਿਹੜੇ ਲੋਕ ਯਿਸੂ ਦੇ ਉੱਤੇ ਵਿਸ਼ਵਾਸ ਕਰਦੇ ਨੇ, ਯਿਸੂ ਮਸੀਹ ਦੀ ਕੁਰਬਾਨੀ ਉੱਤੇ ਜਾਂ ਉਹਦੀ ਡੈਥ ਉੱਤੇ ਵਿਸ਼ਵਾਸ ਕਰਦੇ ਨੇ, ਉਸ ਬੇਸ ਦੇ ਉੱਤੇ ਉਹਨਾਂ ਦਾ ਈਮਾਨ ਹੈ, ਵਿਸ਼ਵਾਸ ਹੈ। God made Adam and Eve perfect। खुदा ने आदम और हवा ਨੂੰ ਸੰਪੂਰਨ ਬਣਾਇਆ, ਅਧੂਰਾ ਨਹੀਂ ਬਣਾਇਆ। Some people they think and the development came slowly, but according to the Bible, the development not has come slowly, but God made the couple. God made Adam and Eve perfect for every way, perfectly, and they were perfect. They were not imperfect. तो ਜਦੋਂ खुदावंद ने जोड़ा बनाया ਜਾਂ इंसान बनाया, आदम और हवा ਨੂੰ ਬਣਾਇਆ और ਉਹਨਾਂ ਨੂੰ ਮੁਕੰਮਲ, ਕੁਝ ਲੋਕ ਸੋਚਦੇ ਨੇ ਕਿ ਇਨਸਾਨ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੌਲੀ ਹੌਲੀ ਹੋਈ ਆ, ਲੇਕਿਨ ਇਨਸਾਨ ਦੀ ਡਿਵੈਲਪਮੈਂਟ ਹੌਲੀ ਹੌਲੀ ਨਹੀਂ ਹੋਈ ਆ। ਇਨਸਾਨ ਨੂੰ ਖੁਦਾ ਨੇ ਮੁਕੰਮਲ ਬਣਾਇਆ, ਦਿਮਾਗੀ ਤੌਰ ਦੇ ਨਾਲ, ਜਿਸਮਾਨੀ ਤੌਰ ਦੇ ਨਾਲ, ਰੂਹਾਨੀ ਤੌਰ ਦੇ ਨਾਲ। Now, but after their fall, this lesson was taught at the gate of Eden as Adam and his descendant slew the sacrificial lamb। तो ਅਸੀਂ ਇੱਥੇ ਦੇਖਦੇ ਹਾਂ ਕਿ ਜਦੋਂ ਖੁਦਾਵੰਦ ਨੇ ਇਨਸਾਨ ਨੂੰ ਪਰਫੈਕਟ ਬਣਾਇਆ, ਲੇਕਿਨ ਇਨਸਾਨ ਦੀ ਜੋ ਪਰਫੈਕਸ਼ਨ ਸੀ, ਜੋ ਕਾਮਲਤਾਈ ਜੋ ਸੀ, ਉਹ ਗਿਰ ਗਈ। ਯਾਨੀ ਕਿ ਇਨਸਾਨ ਗੁਨਾਹ ਦੇ ਵਿੱਚ ਪੈ ਗਿਆ। ਤੋ ਉਹਦਾ ਨਤੀਜਾ ਜਿਹੜਾ ਆ ਖੁਦਾ ਨੇ ਉਹਨੂੰ ਦੱਸਿਆ ਔਰ ਉਹਨੂੰ ਇੱਕ ਲੈਸਨ ਜਿਹੜਾ ਦੱਸਿਆ ਕਿ ਜਿਹੜੇ ਉਹਦੇ ਆਉਣ ਵਾਲੀ ਔਲਾਦ ਆ ਔਰ ਉਹ ਕੀ ਕਰਨਗੇ, ਉਹ ਬਰਰੇ ਦੀ ਕੁਰਬਾਨੀ ਚੜਾਇਆ ਕਰਨਗੇ। It was taught in the wilderness as the brazen serpent was raised by Moses, and the people with the venom of the poisonous serpent were restored by looking in faith at the saving symbol। तो ਅਸੀਂ ਇੱਥੇ ਦੇਖਦੇ ਹਾਂ ਕਿ ਜਦੋਂ ਮੂਸਾ ਬਨੀ ਇਸਰਾਇਲ ਕੌਮ ਦੀ ਅਗਵਾਈ ਕਰ ਰਿਹਾ ਸੀ ਔਰ ਉਹ ਜੰਗਲ ਦੇ ਵਿੱਚ ਸਨ ਔਰ ਉੱਥੇ ਸੱਪ ਜਦੋਂ ਲੜ ਜਾਂਦਾ ਸੀ ਤੇ ਲੋਕ ਉਹਦੇ ਜ਼ਹਿਰ ਨਾਲ ਮਰ ਜਾਂਦੇ ਸੀ, ਲੇਕਿਨ ਜੋ ਮੋਜ਼ਿਸ ਆ ਉਸਨੇ ਤਾਂਬੇ ਦਾ ਸੱਪ ਬਣਾ ਕੇ ਟੰਗ ਦਿੱਤਾ ਔਰ ਕਿਹਾ ਕਿ ਜਿਹੜਾ ਉਹਦੇ ਵੱਲ ਦੇਖੇਗਾ, ਅਗਰ ਸੱਪ ਨੇ ਉਹਨੂੰ ਡੰਗ ਵੀ ਮਾਰਿਆ ਤਾਂ ਉਹਦਾ ਜ਼ਹਿਰ ਉਹਨੂੰ ਨਹੀਂ ਚੜੇਗਾ। ਇਹ ਇੱਕ ਵਿਸ਼ਵਾਸ ਦੀ ਗੱਲ ਸੀ। It was taught by the sacrificial system given to Israel। ਇਜ਼ਰਾਈਲ ਨੂੰ ਇੱਕ ਕੁਰਬਾਨੀਆਂ ਦਾ ਜੋ ਸਿਸਟਮ ਸੀ ਉਹ ਦਿੱਤਾ ਗਿਆ। It was taught by prophet and apostle। ਇਹ ਜਿਹੜੀਆਂ ਗੱਲਾਂ ਆ ਕੁਰਬਾਨੀ ਦੀਆਂ, ਇਹ ਨਵੀਆਂ ਨੇ, ਅਪੋਸਟਲਸ ਨੇ ਉਹਨਾਂ ਨੂੰ ਦੱਸੀਆਂ। Again and again we are taught that the salvation is by grace through faith, and at the same time we are made to understand। तो ਸਮੇਂ ਪਰ ਸਮੇਂ ਇਹ ਗੱਲਾਂ ਜਿਹੜੀਆਂ ਆ ਇਨਸਾਨ ਨੂੰ ਦੱਸੀਆਂ ਗਈਆਂ, ਸਿਖਾਈਆਂ ਗਈਆਂ ਕਿ ਉਹਦੀ ਜਿਹੜੀ ਨਜਾਤ ਆ, ਇਨਸਾਨ ਦੀ ਜਿਹੜੀ ਨਜਾਤ ਆ, ਉਹ ਫਜ਼ਲ ਦੇ ਦੁਆਰਾ ਆ, ਰਹਿਮ ਦੇ ਦੁਆਰਾ ਆ, ਮਰਸੀ ਦੇ ਦੁਆਰਾ, ਗ੍ਰੇਸ ਦੇ ਦੁਆਰਾ ਆ। ਔਰ ਉਹ ਮਰਸੀ ਜਾਂ ਉਹ ਗ੍ਰੇਸ ਜਿਹੜੇ ਪਾਪੀ ਲੋਕਾਂ ਦੇ ਕਿਵੇਂ ਹੋਏਗੀ, ਉਹ ਉਹਨਾਂ ਦੇ ਈਮਾਨ ਦੇ ਹਿਸਾਬ ਨਾਲ, ਉਹਨਾਂ ਦੇ ਵਿਸ਼ਵਾਸ ਦੇ ਨਾਲ। ਜਿਹੜੇ ਲੋਕ ਯਿਸੂ ਤੇ ਵਿਸ਼ਵਾਸ ਰੱਖਣਗੇ ਉਹ ਬਚਾਏ ਜਾਣਗੇ, ਉਹਨਾਂ ਦੇ ਗੁਨਾਹ ਮਾਫ ਕੀਤੇ ਜਾਣਗੇ।
ਔਰ ਇਹ ਗੱਲ ਜਿਹੜੀ ਆ ਟਾਈਮ ਟੂ ਟਾਈਮ ਉਹਨਾਂ ਨੂੰ ਸਮਝਾਈ ਗਈ। while true faith trust wholly in Christ for salvation, it will lead to perfect obedience to the law of God। तो ਅਸੀਂ ਇੱਥੇ ਦੇਖਦੇ ਹਾਂ ਕਿ ਜਦੋਂ ਸੱਚਾ ਵਿਸ਼ਵਾਸ ਜੋ ਯਿਸੂ ਦੇ ਉੱਤੇ ਹੈ ਉਹ ਮੁਕਤੀ ਲਿਆਉਂਦਾ ਹੈ, ਉਹਦੇ ਨਾਲ ਅਸੀਂ ਮੁਕਤੀ ਪਾਉਂਦੇ ਹਾਂ ਯਿਸੂ ਮਸੀਹ ਤੋਂ। ਔਰ ਇਹ ਸਾਨੂੰ ਫਿਰ ਲੀਡ ਕਰਦਾ, ਸਾਡੀ ਅਗਵਾਈ ਕਰਦਾ ਆ ਤਾਂ ਕਿ ਅਸੀਂ ਖੁਦਾਵੰਦ ਦੇ ਜੋ ਕਾਨੂੰਨ ਆ ਉਹਨਾਂ ਦੀ ਪਾਲਣਾ ਕਰੀਏ, ਉਹਦੇ ਅਸੀਂ ਓਬੀਡੀਐਂਟ ਬੇਟੇ ਔਰ ਬੇਟੀਆਂ ਬਣ ਜਾਈਏ। As a result of this faith, good works follow। तो इस जो साडा ईमान है, जो साडा विश्वास है, जो साडा भरोसा है, जो साडी निश्चय यीशु ते है, ਉਹਦਾ ਨਤੀਜਾ ਇਹ ਹੈ ਕਿ ਅਸੀਂ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਦੇ ਹਾਂ। This is our balanced approach on the teaching of salvation by grace through faith। तो ਇਹ ਇੱਕ ਬੈਲੈਂਸ ਅਪਰੋਚ ਹੈ ਔਰ ਜਿਹੜੀ ਕਿ ਸਾਨੂੰ ਜਿਹੜੀ ਮੁਕਤੀ ਆ, ਸਾਨੂੰ ਜਿਹੜੀ ਨਜਾਤ ਆ, ਗੁਨਾਹਾਂ ਦੀ ਮਾਫੀ ਜਿਹੜੀ ਆ, ਹਮੇਸ਼ਾ ਦੀ ਮੌਤ ਤੋਂ ਹਮੇਸ਼ਾ ਦੀ ਜ਼ਿੰਦਗੀ 'ਚ ਦਾਖਲ ਜਿਹੜਾ ਹੋਣਾ ਆ, ਉਹ ਅਸੀਂ ਈਮਾਨ ਦੇ ਦੁਆਰਾ ਯਿਸੂ ਮਸੀਹ ਤੇ ਪੱਕਾ ਸੰਪੂਰਨ ਭਰੋਸਾ ਰੱਖਣ ਤੇ ਪ੍ਰਾਪਤ ਕਰਦੇ ਹਾਂ। ਔਰ ਜਦੋਂ ਅਸੀਂ ਇਹਦੇ ਥੀਮ ਦੀ ਗੱਲ ਕਰਦੇ ਹਾਂ ਤਾਂ ਜਸਟੀਫਿਕੇਸ਼ਨ, reconciliation, sanctification and glorification। तो साड़ी मुक्ति दा जो थीम है वो ये है कि we are justified by the blood of Christ। कि ਅਸੀਂ ਸਾਡੀ ਜਿਹੜੀ ਦੋਸ਼ ਮੁਕਤੀ ਆ, ਸਾਡੇ ਗੁਨਾਹਾਂ ਦੀ ਜਿਹੜੀ ਮਾਫੀ ਆ, ਉਹ ਸਾਨੂੰ ਈਮਾਨ ਦੇ ਦੁਆਰਾ ਜਿਹੜਾ ਜਸਟੀਫਾਈਡ ਕੀਤਾ ਗਿਆ ਆ ਔਰ ਰਾਸਤਬਾਜ਼ ਠਹਿਰਾ ਦਿੱਤਾ ਗਿਆ ਹੈ। ਔਰ ਰੀਕਨਸਾਈਲੇਸ਼ਨ, ਜਦੋਂ ਅਸੀਂ ਖੁਦਾ ਨਾਲੋਂ ਦੂਰ ਹੋ ਗਏ ਸੀ, ਸਾਨੂੰ ਪੁੰਨ ਉਹਦੇ ਨਾਲ ਜੋੜ ਦਿੱਤਾ ਜਾਂਦਾ ਹੈ। ਔਰ ਫਿਰ ਸੈਂਕਟੀਫਿਕੇਸ਼ਨ, ਅਸੀਂ ਨਾਪਾਕ ਹੋ ਗਏ ਸੀ ਔਰ ਯਿਸੂ ਦਾ ਲਹੂ ਜਿਹੜਾ ਆ ਉਹ ਸਾਨੂੰ ਸ਼ੁੱਧ ਕਰਦਾ ਆ, ਉਹ ਪਾਕ ਕਰ ਦਿੰਦਾ ਅਤੇ ਅਸੀਂ ਉਹਦੀ ਗਲੋਰੀਫਿਕੇਸ਼ਨ ਯਾਨੀ ਕਿ ਅਸੀਂ ਪ੍ਰਭੂ ਦੀ ਮਹਿਮਾ ਦੇ ਵਿੱਚ ਦਾਖਲ ਹੋ ਜਾਂਦੇ ਹਾਂ। ਤੋ ਵਾਟ ਏ ਵੰਡਰਫੁਲ great sacrifice of Christ Jesus। From the beginning, Satan has worked against God's wonderful plan of salvation। ਸ਼ੁਰੂ ਤੋਂ ਸ਼ੈਤਾਨ ਨੇ ਜੋ ਮਨੁੱਖ ਜਾਤੀ ਦੀ ਨਜਾਤ ਦੀ ਤਜਵੀਜ਼ ਬਣਾਈ ਗਈ ਸੀ, ਉਹ ਖੁਦਾ ਦੇ ਵੀ ਖਿਲਾਫ ਰਿਹਾ, ਇਸ ਤਜਵੀਜ਼ ਦੇ ਵੀ ਖਿਲਾਫ ਰਿਹਾ ਸ਼ੈਤਾਨ। God the Father providing his only son for the saving of the fallen human race। तो जो साडा आसमानी पिता है, ਉਹਨੇ ਆਪਣੇ ਬੇਟੇ ਦੇ ਦੁਆਰਾ ਇਸ ਜੋ ਇਨਸਾਨ ਦੇ ਵਿੱਚ ਗੁਨਾਹ ਆ ਗਿਆ ਸੀ, ਇਨਸਾਨ ਆਪਣੇ ਮਿਆਰ ਤੋਂ ਗਿਰ ਗਿਆ ਸੀ, ਜਿਸ ਨੇ ਆਪਣੀ ਸੰਪੂਰਨਤਾ ਨੂੰ ਖੋ ਦਿੱਤਾ ਸੀ, ਜੋ ਖੁਦਾ ਨਾਲੋਂ ਅਲੱਗ ਹੋ ਗਿਆ ਸੀ, ਔਰ ਖੁਦਾ ਨੇ ਆਪਣੇ ਬੇਟੇ ਦੇ ਦੁਆਰਾ ਸਾਨੂੰ ਫਿਰ ਆਪਣੇ ਨਾਲ ਮਿਲਾ ਲਿਆ। ਔਰ Satan led the inhabitants of the earth to accept the idea that man who has become a sinner through breaking of God's holy law must by his own acts gain salvation, whether by hurting his own body, number 2, sacrificing his own children to goddess he made by his own hands। So ਅਸੀਂ ਇੱਥੇ ਦੇਖਦੇ ਹਾਂ ਸ਼ੈਤਾਨ ਨੇ ਇੱਕ ਬਹੁਤ ਹੀ ਘਟੀਆ ਖਿਆਲ ਜਿਹੜਾ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਪਾ ਦਿੱਤਾ ਔਰ ਸ਼ੈਤਾਨ ਨੇ ਕਿਹਾ ਕਿ ਤੁਸੀਂ ਖੁਦਾ ਦੇ ਪਵਿੱਤਰ ਕਾਨੂੰਨ ਨੂੰ ਤਾਂ ਤੋੜ ਦਿੱਤਾ ਆ,
ਪਰ ਤੁਸੀਂ ਫਿਰ ਜਿਹੜੀ ਆਪਣੇ ਗੁਨਾਹਾਂ ਦੀ ਮਾਫੀ ਜਿਹੜੀ ਆ ਆਪਣੇ ਚੰਗੇ ਕੰਮ ਕਰਨ ਦੇ ਨਾਲ ਜਿਹੜੀ ਆ ਉਹ ਲੈ ਸਕਦੇ ਹੋ। ਔਰ ਫਿਰ ਕਹਿੰਦਾ ਆ ਕਿ ਤੁਸੀਂ ਆਪਣੀ ਸਰੀਰ ਨੂੰ ਦੁੱਖ ਦਿਓ, ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਕਰੋ ਦੇਵੀ ਦੇਵਤਿਆਂ ਦੇ ਅੱਗੇ, ਔਰ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਮਾਰੋ ਤਾਂ ਤੁਸੀਂ ਬਚ ਸਕਦੇ ਹੋ। ਲੇਕਿਨ ਇਹ ਸ਼ੈਤਾਨ ਦਾ ਦਿੱਤਾ ਆ ਬੜਾ ਗਲਤ ਖਿਆਲ ਹੈ। ਅਜ਼ੀਜ਼ ਭੈਣੋ ਤੇ ਭਰਾਵੋ, ਨੰਬਰ 3, ਮੇਕਿੰਗ ਪਿਲਗ੍ਰਮ ਟੂ ਪਲੇਸ ਸਪੋਜ਼ ਟੂ ਬੀ ਹੋਲੀ। ਔਰ ਲੋਕ ਜਿਹੜੇ ਆ ਹਜ ਕਰਦੇ ਆ ਔਰ ਅਲੱਗ-ਅਲੱਗ ਜਗ੍ਹਾ ਤੇ ਯਾਤਰਾ ਕਰਦੇ ਆ ਔਰ ਮੱਕਾ ਜਾਂਦੇ, ਜਰੂਸਲਮ ਜਾਂਦੇ ਆ ਔਰ ਵਿਸ਼ਨੂੰ ਦੇਵੀ ਟੈਂਪਲ ਜਾਂਦੇ ਆ। ਤੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ, ਲੇਕਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਸ਼ੈਤਾਨ ਜਿਹੜਾ ਆ ਉਹ ਕਹਿੰਦਾ ਕਿ ਅਸੀਂ ਆਪਣੇ ਵੇ ਦੇ ਨਾਲ ਜਿਹੜੀ ਆ ਮੁਕਤੀ ਪਾ ਸਕਦੇ ਆ ਔਰ ਅਸੀਂ ਹਜ ਕਰੀਏ ਔਰ ਅਸੀਂ ਜਿਹੜੇ ਧਾਰਮਿਕ ਸਥਾਨ ਉਹਨਾਂ ਨੂੰ ਵਿਜ਼ਿਟ ਕਰਨ ਦੇ ਨਾਲ ਅਸੀਂ ਪਵਿੱਤਰ ਹੋ ਸਕਦੇ ਆ। ਜਿੱਦਾਂ ਕਿ ਈਸਾਈ ਲੋਕ ਜਿਹੜੇ ਆ ਉਹ ਜਰੂਸਲਮ ਇਜ਼ਰਾਈਲ ਜਾਂਦੇ ਆ ਜਰੂਸਲਮ ਟੈਂਪਲ ਨੂੰ ਦੇਖਣ ਲਈ, ਔਰ ਸਾਡੇ ਮੁਸਲਮਾਨ ਭਾਈ ਜਿਹੜੇ ਆ ਉਹ ਮੱਕਾ ਜਾਂਦੇ ਆ ਔਰ ਹਿੰਦੂ ਭਾਈ ਜਿਹੜੇ ਆ ਉਹ ਵੈਸ਼ਨੂ ਦੇਵੀ ਟੈਂਪਲ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਨਾਂ ਦੇ ਨਾਲ ਜਿਹੜੇ ਸਾਡੀ ਜਿਹੜੀ ਆਰਾਧਨਾ ਸਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਪਰ ਇਹ ਜਗ੍ਹਾਵਾਂ ਵਿਜ਼ਿਟ ਕਰਨ ਦੇ ਨਾਲ ਸਾਡੀ ਜਿਹੜੀ ਮੁਕਤੀ ਆ ਉਹ ਨਹੀਂ ਹੋ ਸਕਦੀ। ਸਾਨੂੰ ਗੁਨਾਹਾਂ ਤੋਂ ਅਸੀਂ ਆਜ਼ਾਦ ਨਹੀਂ ਹੋ ਸਕਦੇ। ਚੌਥੀ ਗੱਲ, ਡੂਇੰਗ ਸੈਲਫ ਪਨਿਸ਼ਮੈਂਟ। ਬਹੁਤ ਸਾਰੇ ਲੋਕ ਜਿਹੜੇ ਆ ਲੀਕਾਂ ਮਾਰ ਕੇ ਜਿਹੜੀਆਂ ਨੱਕ ਦੇ ਨਾਲ ਲਕੀਰਾਂ ਕੱਢ ਕੇ ਉਹ ਧਾਰਮਿਕ ਸਥਾਨਾਂ 'ਤੇ ਪਹੁੰਚਦੇ ਆ ਔਰ ਲੋਕ ਆਪਣੇ ਗੋਡਿਆਂ ਦੇ ਰੈਣੀ ਹੋ ਕੇ ਵੀ ਔਰ ਪੌੜੀਆਂ ਚੜ੍ਹ ਕੇ ਔਰ ਖੁਦਾ ਨੂੰ ਲੱਭਦੇ ਆ। ਔਰ ਨੰਬਰ 5, ਔਰ ਪੇਇੰਗ ਮਨੀ ਟੂ ਦਾ ਟ੍ਰੈਜਰੀ ਆਫ ਦਾ ਟੈਂਪਲ ਔਰ ਦਾ ਚਰਚ। ਔਰ ਦਾਨ ਦਕਸ਼ਨਾ ਦੇ ਕੇ ਉਹ ਆਪਣੀ ਮੁਕਤੀ ਲੈਣਾ ਚਾਹੁੰਦੇ ਆ। ਬਾਈ ਹਿਜ਼ ਓਨ ਸਟਰੈਂਥ ਟਰਾਈਂਗ ਟੂ ਲਿਵ ਏ ਗੁੱਡ ਲਾਈਫ। ਉਹ ਆਪਣੀ ਸ਼ਕਤੀ ਦੇ ਨਾਲ ਇੱਕ ਅੱਛੀ ਲਾਈਫ ਗੁਜ਼ਾਰਨਾ ਚਾਹੁੰਦੇ ਆ ਤੇ ਤਾਂ ਕਿ ਕਹਿੰਦੇ ਵੀ ਅਸੀਂ ਮੁਕਤੀ ਪਾ ਲਈਏ। ਔਰ ਛੇਵੀਂ ਗੱਲ, ਬਾਈ ਹਿਜ਼ ਓਨ ਸਟਰੈਂਥ, ਉਹ ਆਪਣੀ ਸ਼ਕਤੀ ਦੇ ਨਾਲ। ਔਰ ਜਦੋਂ ਅਸੀਂ 7ਵੀਂ ਗੱਲ ਦੇਖਦੇ ਹਾਂ, ਥਰੂ ਫਿਲਾਸਫੀ, ਸਮ ਮਾਸਟਰ ਆਰ ਗੁਰੂਸ ਟੀਚਿੰਗ ਐਟਸੈਟਰਾ। ਤੋ ਅਸੀਂ ਇੱਥੇ ਦੇਖਦੇ ਆ ਕਿ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਸਾਨੂੰ ਕੋਈ ਨਾ ਕੋਈ ਗੁਰੂ ਧਾਰਨਾ ਚਾਹੀਦਾ ਆ ਜਿਹਦੇ ਨਾਲ ਸਾਡੀ ਮੁਕਤੀ ਹੋ ਸਕੇ। ਅਜ਼ੀਜ਼ ਭੈਣੋ ਤੇ ਭਰਾਵੋ, ਲੈਟਸ ਸੀ ਵਾਟ ਦਾ ਬਾਈਬਲ ਸੇਜ਼। ਬਾਈਬਲ ਇਹਦੇ ਬਾਰੇ ਚ ਕੀ ਆਖਦੀ ਹੈ। ਇੱਥੇ ਅਸੀਂ ਦੇਖਦੇ ਹਾਂ the book of Romans chapter 3 verse 23 says, for all have sinned and fall short of the glory of God। ਸਭ ਨੇ ਪਾਪ ਕੀਤਾ ਅਤੇ ਅਸੀਂ ਪਰਮੇਸ਼ਵਰ ਦੇ ਜਲਾਲ ਤੋਂ ਰਹਿਤ ਹੋ ਗਏ। ਫਿਰ ਅਸੀਂ ਦੇਖਦੇ ਹਾਂ, then we can see the Romans chapter 6 verse 23 just give the hope to us, and it says, for the wages of the sin is death, but the gift of God is eternal life in Christ Jesus our Lord। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਸੂ ਸਾਡੇ ਪ੍ਰਭੂ ਦੇ ਵਿੱਚ ਹਮੇਸ਼ਾ ਦਾ ਜੀਵਨ ਹੈ ਜਾਂ ਅਬਦੀ ਜੀਵਨ ਹੈ। So we can just see here, Bible clearly tell we all have sinned and short the glory of God। तो सब ने पाप कीता, सब ਜਿਹੜੇ ਆ ਖੁਦਾ ਦੇ ਮਹਿਮਾ ਤੋਂ ਰਹਿਤ ਹੋ ਗਏ, ਉਹਦੀ ਜਲਾਲ ਤੋਂ ਦੂਰ ਹੋ ਗਏ ਔਰ ਅਸੀਂ ਉਹਦੇ ਤੋਂ ਵਿਛੜ ਗਏ ਹਾਂ। ਔਰ ਪਾਪ ਦਾ ਨਤੀਜਾ ਜਿਹੜਾ ਹੈ ਉਹ ਕੀ ਹੈ? What is the result of the sin? For the wages of the sin is death। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, but the gift of God, ਇੱਕ
ਜਿਹੜੀ ਨਜਾਤ ਹੈ ਇਹ ਇੱਕ ਗਿਫਟ ਹੈ। ਦਿਸ ਇਜ਼ ਅ ਗਿਫਟ ਫਰੋਮ ਗॉड, ਇਹ ਗਿਫਟ ਹੈ। ਐਂਡ ਇਟਰਨਲ ਲਾਈਫ ਇਨ ਕ੍ਰਾਈਸਟ ਜੀਸਸ ਆਵਰ ਲਾਰਡ। ਜਦੋਂ ਅਸੀਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਤੇ ਫਿਰ ਉਹਦੇ ਵਿੱਚ ਵਿਸ਼ਵਾਸ ਕਰਨਾ ਖੁਦਾ ਸਾਨੂੰ ਫਿਰ ਦੁਬਾਰਾ ਜ਼ਿੰਦਗੀ ਦਿੰਦਾ ਹੈ। ਇਹ ਜਿਹੜੀ ਹੁਣ ਲਾਈਫ ਆ ਸਾਡੇ ਕੋਲ, ਇਸ ਅ ਲਿਟਲ ਬਿਟ ਲਾਈਫ, this life will be perishable, but the life Jesus want to give us, that the eternal life, that life will never end, that life will never cease, and in that life there will be no problem, no sickness, no death. Without death, that life is the eternal life. तो ਜਿਹੜੀ ਲਾਈਫ ਸਾਨੂੰ ਯਿਸੂ ਦੇਣਾ ਚਾਹੁੰਦਾ ਹੈ, ਜੋ ਜ਼ਿੰਦਗੀ ਸਾਨੂੰ ਯਿਸੂ ਦੇਣਾ ਚਾਹੁੰਦਾ, ਉਹ ਜੋ ਸਾਨੂੰ ਹਮੇਸ਼ਾ ਦੀ ਮੌਤ ਤੋਂ ਬਚਾਉਣਾ ਚਾਹੁੰਦਾ ਹੈ, तो जो निजात है वो हमेशा की जिंदगी है। तो हमेशा की जिंदगी दे विच मौत नहीं है, बीमारी नहीं है, औनाड़ा नहीं है, और सैपरेशन नहीं है, और असी खुदा तो दूर नहीं हो सकते। और हमेशा की जिंदगी हम ਜਿਹੜੀ ਆ ਅਸੀਂ खुदा ਦੇ ਨਾਲ ਗੁਜ਼ਾਰਾਂਗੇ, परमेश्वर ਦੇ ਨਾਲ ਗੁਜ਼ਾਰਾਂਗੇ, प्रभु ईश्वर ਦੇ ਨਾਲ ਗੁਜ਼ਾਰਾਂਗੇ, ਯਿਸੂ ਦੇ ਨਾਲ ਗੁਜ਼ਾਰਾਂਗੇ, ਉਹਦੇ ਰਾਜ ਦੇ ਵਿੱਚ ਰਵਾਂਗੇ, और ਅਸੀਂ ਉਹਦੇ ਨਾਲ ਹਮੇਸ਼ਾ ਬਣੇ ਰਹਾਂਗੇ। We can see from the verse, the wages of the sin is death। तो जो मौत, जो पाप दी मजदूरी तो मौत है, the sin that lead to death, ਜਿਹੜਾ ਪਾਪ ਆ ਉਹ ਸਾਨੂੰ ਸਾਡੀ ਅਗਵਾਈ ਮੌਤ ਵੱਲ ਕਰਦਾ ਆ, and lead us to separate forever from God। तो ਸਾਨੂੰ खुदा तो हमेशा दूर रखता है। But there is some remedies for this problem of separation। ਇਹ separation ਨਾ ਹੋ ਸਕੇ, ਇਹਦੀ ਜਿਹੜੀ ਰੈਮਡੀਜ਼ ਆ, ਇਹਦਾ ਜਿਹੜਾ ਇਲਾਜ ਆ ਉਹ ਇਹ ਹੈ, ਗॉड द ਰੈਮਡੀ। खुदा ਦੀ ਰੈਮਡੀ ਜੇ ਕਿਹੜੀ ਹੈ? द क्रॉस। ਕੀ ਆ? क्रॉस। ਐਂਡ ਜੋ ਯਿਸੂ ਮਸੀਹ क्रॉस ਦੇ ਉੱਤੇ ਜਿਹੜੇ ਆ ਕੁਰਬਾਨ ਹੋਏ, ਔਰ ਉਹਨਾਂ ਨੇ ਸਾਡੇ ਪਾਪਾਂ ਦਾ ਮੁੱਲ ਚੁਕਾ ਦਿੱਤਾ। ਉੱਥੇ ਆਪਣੇ ਬੇਸ਼ਕੀਮਤ ਖੂਨ ਨੂੰ ਬਹਾ ਕੇ ਤੇ ਸਾਨੂੰ ਖਰੀਦ ਲਿਆ, ਸਾਡੇ ਪਾਪਾਂ ਦਾ ਮੁੱਲ ਚੁਕਾ ਦਿੱਤਾ ਤੇ ਸਾਨੂੰ ਆਜ਼ਾਦ ਕਰ ਦਿੱਤਾ। तो when Jesus Christ died on the cross, ਜਦੋਂ ਯਿਸੂ ਸਲੀਬ ਦੇ ਉੱਤੇ ਮਰੇ, he paid the penalty for our sin and bridge the gap between God and man। तो मान लिए इधर इंसान है, इधर खुदा है, ठीक है? और इंसान और खुदा दे विच आ जिहड़ा गैप आ वो पै गया। लेकिन इस गैप नूं जिहड़ी सलीब आ, वो सलीब जिहड़ी आ वो गैप नूं भर दिंदी आ, ह्यूमन और गॉड। अगे चल के मैं इहदे बारे तुहानूं थोड़ा होर एक्सप्लेन करांगा। सो द बाइबल सेज इन जॉन चैप्टर 14 वर्स 6, Jesus answered him, I am the way, the truth and the life. No one goes to the Father except by me। ਯਿਸੂ ਨੇ ਉਹਨਾਂ ਨੂੰ ਆਖਿਆ, ਰਾਹ, ਸਚਾਈ ਅਤੇ ਜੀਵਨ ਮੈਂ ਹਾਂ, ਬਿਨਾ ਮੇਰੇ ਦੁਆਰਾ ਕੋਈ ਵੀ ਬਾਪ ਦੇ ਕੋਲ ਪਹੁੰਚ ਨਹੀਂ ਸਕਦਾ। Even book of Ephesians chapter 2 verse 8 and 9 also testified and give the assurance of salvation। ਇਹ ਜਿਹੜਾ 2 ਬਾਪ ਇਫਸੀਆਂ ਦਾ ਉਹਦੀ 8 और 9 ਆਇਤ ਸਾਨੂੰ ਮੁਕਤੀ ਦੀ ਜਿਹੜੀ ਆ ਉਹ ਅਸ਼ੋਰ ਕਰਾਉਂਦੀ ਆ। ਮੁਕਤੀ ਦੇ ਵਾਸਤੇ ਸਾਨੂੰ ਪੱਕਾ ਸਬੂਤ ਕਰ ਦਿੰਦੀ ਆ। We read here, for it is by God's grace that you have been saved through faith। ਕਹਿੰਦਾ ਆ ਕਿ ਅਸੀਂ ਪੜ੍ਹਦੇ ਹਾਂ ਕਿ ਤੁਸੀਂ ਕਿਰਪਾ ਤੋਂ ਨਿਸ਼ਚਾ ਦੇ ਰਾਹੀਂ ਬਚਾਏ ਗਏ ਹੋ। ਯਿਸੂ ਦਾ ਰਹਿਮ ਹੋਇਆ, ਤੇ ਉਹ ਕਿਉਂ ਰਹਿਮ ਹੋਇਆ? ਕਿਉਂਕਿ ਤੁਸੀਂ ਉੱਤੇ ਵਿਸ਼ਵਾਸ ਕੀਤਾ।
तो ਉਹਦੇ ਦੁਆਰਾ ਤੁਸੀਂ ਬਚਾਏ ਗਏ ਹੋ। You have been saved through faith. It is not the result of your own effort. ਇਹ ਤੁਹਾਡੀ ਆਪਣੀ ਐਫਰਟ ਦਾ ਨਤੀਜਾ ਨਹੀਂ ਹੈ, ਬਟ ਗॉड्स ਗਿਫਟ। ਇਹ ਨਜਾਤ ਜਿਹੜੀ ਆ ਇਹ ਖੁਦਾ ਦੇ ਵੱਲੋਂ ਇੱਕ ਤੋਹਫਾ ਹੈ। ਸੋ ਦੈਟ no one can boast about it. ਕੋਈ ਵੀ ਇਹਦੇ ਬਾਰੇ ਚ ਕਮੰਡ ਨਹੀਂ ਕਰ ਸਕਦਾ। ਨਜਾਤ ਯਿਸੂ ਦੇ ਸਕਦਾ, ਉਹ ਖੁਦਾ ਦੇ ਵੱਲੋਂ ਗਿਫਟ, ਔਰ ਇਹ ਨਜਾਤ ਅਸੀਂ ਆਪਣੇ ਈਮਾਨ ਦੇ ਦੁਆਰਾ, ਆਪਣੇ ਵਿਸ਼ਵਾਸ ਦੇ ਦੁਆਰਾ, ਨਿਸ਼ਚਾ ਦੇ ਦੁਆਰਾ ਜਿਹੜੀ ਆ ਉਹ ਪ੍ਰਾਪਤ ਕਰਦੇ ਆ। ਔਰ ਜਦੋਂ ਸਾਡੀ ਨਿਸ਼ਚਾ, ਸਾਡਾ ਈਮਾਨ, ਸਾਡਾ ਵਿਸ਼ਵਾਸ ਯਿਸੂ ਤੇ ਹੁੰਦਾ ਆ ਤੇ ਖੁਦਾ ਸਾਡੇ ਤੇ ਮਿਹਰਬਾਨੀ ਕਰਦਾ ਆ ਔਰ ਸਾਨੂੰ ਜਿਹੜਾ ਆ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੰਦਾ ਤੇ ਨਜਾਤ ਜਿਹੜੀ ਹੈ ਸਾਨੂੰ ਇੱਕ ਗਿਫਟ ਦੇ ਰੂਪ ਦੇ ਨਾਲ ਪ੍ਰਦਾਨ ਕਰ ਦਿੰਦਾ ਹੈ। Dear friends, now we can just see here, we must trust Jesus Christ and receive him by personal invitation. ਸਾਨੂੰ ਜ਼ਰੂਰਤ ਹੈ ਕਿ ਅਸੀਂ ਯਿਸੂ ਤੇ ਭਰੋਸਾ ਕਰੀਏ ਤੇ ਯਿਸੂ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਈਏ। The book of Revelation chapter 3 verse 20 says, listen, I stand at the door and knock. If anyone hear my voice and open the door of heart, I will come into his or her house and eat with him or her, and he and she will eat with me. Revelation ਜਾਨੀ ਪ੍ਰਕਾਸ਼ ਵਾਕਿਆ ਦੀ ਪੁਸਤਕ ਦੇ ਵਿੱਚ ਅਸੀਂ ਪੜ੍ਹਦੇ ਹਾਂ, ਵੇਖ ਮੈਂ ਬੂਹੇ ਤੇ ਖੜਾ ਹਾਂ ਜਾਂ ਵੇਖ ਮੈਂ ਦਰਵਾਜ਼ੇ ਤੇ ਖਲੋਤਾ ਹਾਂ। ਤੇ ਦਰਵਾਜ਼ੇ ਤੇ ਖਲੋਤਾ ਖਟਖਟਾ ਰਿਹਾ ਹਾਂ ਔਰ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਔਰ ਉਹਦੇ ਨਾਲ ਭੋਜਨ ਛਕਾਂਗਾ ਅਤੇ ਉਹ ਮੇਰੇ ਨਾਲ ਭੋਜਨ ਕਰੇਗਾ। What a wonderful promise we can just see. And our Lord and Savior Jesus Christ says, and I'm just knocking the door of your heart. तो ਯਿਸੂ ਸਾਡੇ ਦਿਲਾਂ ਦੇ ਦਰਵਾਜ਼ੇ ਦੇ ਉੱਤੇ ਨੌਕ ਕਰ ਰਿਹਾ। ਹੁਣ ਜਦੋਂ ਕਿ ਅਸੀਂ ਉਹਦੇ ਕਲਾਮ ਨੂੰ ਸੁਣ ਰਹੇ ਹਾਂ, ਕੀ ਅਸੀਂ ਆਪਣੇ ਦਿਲਾਂ ਨੂੰ ਸਖਤ ਕਰੀਏ? ਸਾਨੂੰ ਆਪਣੇ ਦਿਲਾਂ ਨੂੰ ਨਰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਯਿਸੂ ਸਾਡੇ ਦਰਵਾਜ਼ੇ ਤੇ, ਦਿਲ ਦੇ ਦਰਵਾਜ਼ੇ ਤੇ ਖਟਖਟਾ ਰਿਹਾ। ਤੋ ਚਾਹੁੰਦਾ ਆ ਕਿ ਅਸੀਂ ਯਿਸੂ ਦੇ ਲਈ ਆਪਣੇ ਦਿਲ ਦਾ ਦਰਵਾਜ਼ਾ ਖੋਲੀਏ ਤਾਂ ਕਿ ਉਹ ਸਾਡੀ ਜ਼ਿੰਦਗੀ 'ਚ ਆ ਜਾਏ। ਉਹ ਸਾਡੀ ਜ਼ਿੰਦਗੀ ਨੂੰ ਰਿਫਾਰਮ ਕਰਦਾ, ਰਿਫਰਮੇਸ਼ਨ ਲਿਆਦਾ, ਸਾਡੀ ਜ਼ਿੰਦਗੀ ਨੂੰ ਤਬਦੀਲ ਕਰਦਾ। ਜਦੋਂ ਯਿਸੂ ਮੇਰੀ ਜ਼ਿੰਦਗੀ 'ਚ, ਆਪ ਦੀ ਜ਼ਿੰਦਗੀ 'ਚ ਵਾਸ ਕਰੇਗਾ ਤੇ ਸਾਡਾ ਸੁਭਾਅ ਬਦਲ ਜਾਏਗਾ, ਸਾਡੀਆਂ ਆਦਤਾਂ ਬਦਲ ਜਾਣਗੀਆਂ, ਸਾਡਾ ਕਰੈਕਟਰ ਬਦਲ ਜਾਏਗਾ, ਸਾਡਾ ਕੰਡਕਟ ਬਦਲ ਜਾਏਗਾ। तो फिर we will be the righteous people. Then we will take the righteousness of Jesus Christ. फिर ਅਸੀਂ ਯਿਸੂ ਦੀ ਰਾਸਤਬਾਜ਼ੀ ਨੂੰ ਪਹਿਨਾਂਗੇ। Now we can just see here and what happened when we receive Jesus Christ into our lives. ਜਦੋਂ ਅਸੀਂ ਯਿਸੂ ਨੂੰ ਆਪਣੇ ਜੀਵਨਾਂ ਦੇ ਵਿੱਚ ਲੈ ਲੈਂਦੇ ਹਾਂ ਤਾਂ ਕੀ ਵਾਪਰਦਾ ਹੈ, ਕੀ ਘਟਨਾ ਘਟਦੀ ਹੈ, ਕੀ ਪ੍ਰਾਪਤ ਹੁੰਦਾ ਹੈ, ਉਹਦਾ ਰਿਜ਼ਲਟ, ਉਹਦਾ ਨਤੀਜਾ ਕੀ ਨਿਕਲਦਾ ਹੈ। ਔਰ John chapter 1 verse 12, somehow did receive him and believe in him, but as many as receive him, to them he gave the right to become the children of God, to those who believe in his name. ਉਹ ਕਹਿੰਦਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਵਿਸ਼ਵਾਸ ਹੀ ਕਾਫੀ ਨਹੀਂ ਹੈ, ਵਿਸ਼ਵਾਸ ਕਰਨਾ ਵੀ ਜ਼ਰੂਰੀ ਹੈ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, those who receive him, ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ
ਔਰ ਉਸਨੇ ਉਸ ਲਫ਼ਜ਼ ਯਸੂ ਨੇ ਉਹਨਾਂ ਨੂੰ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਹੱਕ ਬਖਸ਼ਿਆ, ਜਿਨ੍ਹਾਂ ਨੇ ਉਹਦੇ ਨਾਂ ਦੇ ਉੱਤੇ ਨਿਸ਼ਚਾ ਕੀਤੀ, ਵਿਸ਼ਵਾਸ ਕੀਤਾ। What a wonderful thing we can just see. Is there any good reason why you cannot receive Jesus Christ right now? ਕੀ ਤੁਹਾਡੇ ਕੋਲ ਕੋਈ ਕਾਰਨ ਹੈ ਕਿ ਇਸ ਸਮੇਂ ਤੁਸੀਂ ਯਿਸੂ ਨੂੰ ਆਪਣੇ ਜੀਵਨ 'ਚ ਨਹੀਂ ਲੈ ਸਕਦੇ? What you must do, ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ? ਔਰ ਜੇ ਅਗਰ ਅਸੀਂ ਯਿਸੂ ਨੂੰ ਅਜੇ ਨਹੀਂ ਆਪਣੇ ਜੀਵਨ ਚ ਲਿਆ, ਆਈਏ ਅਸੀਂ 5 ਗੱਲਾਂ ਜਿਹੜੀਆਂ ਉੱਤੇ ਗੌਰ ਕਰੀਏ। ਐਡਮਿਟ ਯੂਅਰ ਨੀਡ, ਆਈ ਐਮ ਏ ਸਿਨਰ। ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹ ਗੱਲ ਜਿਹੜੀ ਮੰਨ ਲਈਏ ਕਿ ਅਸੀਂ ਪਾਪੀ ਹਾਂ ਔਰ ਪਾਪੀਆਂ ਦਾ ਤਾਰਨਹਾਰ ਯਿਸੂ ਆ। ਜਿਹੜੇ ਉੱਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਉਹ ਮਾਫ ਕਰਦਾ ਹੈ, ਉਹਨਾਂ ਨੂੰ ਹਮੇਸ਼ਾ ਦਾ ਜੀਵਨ ਦਿੰਦਾ ਹੈ। Be willing to turn from sin and we must repent it। ਤੋ ਸਾਨੂੰ ਜਿਹੜੀ ਆ ਉਹ ਸਾਡੀ ਜਿਹੜੀ ਚਾਹਤ ਆ ਉਹ ਪਾਪ ਨਾ ਕਰਨ ਦੀ ਹੋਣੀ ਚਾਹੀਦੀ ਹੈ। ਪਾਪ ਤੋਂ ਮੂੰਹ ਮੋੜਨ ਦੀ ਗੱਲ ਹੈ, ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ। ਨੰਬਰ 3, believe that Jesus Christ died for you on the cross। ਔਰ ਇਸ ਗੱਲ ਦਾ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਕਿ ਯਿਸੂ ਮੇਰੇ ਤੇ ਤੁਹਾਡੇ ਪਾਪਾਂ ਦੇ ਲਈ ਕੋਹੇ ਕਲਵਰੀ ਸਲੀਬ ਦੇ ਉੱਤੇ ਉਸਨੇ ਜਾਨ ਦਿੱਤੀ। ਥਰੂ ਪ੍ਰੇਅਰ ਇਨਵਾਈਟ ਜੀਸਸ ਕ੍ਰਾਈਸਟ ਟੂ ਕਮ ਇਨ ਐਂਡ ਕੰਟਰੋਲ ਯੂਰ ਲਾਈਫ। ਤੋ ਆਓ ਅਸੀਂ ਦੁਆ ਮੰਗੀਏ ਕਿ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਇਨਵਾਈਟ ਕਰੀਏ ਕਿ ਉਹ ਸਾਡੇ ਜੀਵਨ 'ਚ ਆ ਕੇ ਸਾਡੇ ਜੀਵਨ ਦਾ ਕੰਟਰੋਲ ਉਹ ਕਰ ਸਕੇ, ਨਾ ਕਿ ਅਸੀਂ। ਨੰਬਰ 5, receive him as your savior and lord। ਤੇ ਯਿਸੂ ਨੂੰ ਆਪਣੇ ਜੀਵਨ ਦੇ ਵਿੱਚ ਆਪਣਾ ਨਜਾਤ ਦਿੰਦਾ ਤੇ ਆਪਣਾ ਪ੍ਰਭੂ ਕਰਕੇ ਮੰਨ ਲਈਏ, ਲੈ ਲਈਏ। we must pray to our heavenly father and tell him। ਸਾਨੂੰ ਹਮੇਸ਼ਾ ਦੁਆ ਕਰਨ ਦੀ ਜ਼ਰੂਰਤ ਹੈ ਅਸਮਾਨੀ ਬਾਪ ਦੇ ਅੱਗੇ। We must pray to our heavenly father and tell him। ਸਾਨੂੰ ਅਸਮਾਨੀ ਬਾਪ ਦੇ ਅੱਗੇ ਦੁਆ ਕਰਨ ਦੀ ਜ਼ਰੂਰਤ ਹੈ ਔਰ ਉਸ ਨੂੰ ਇਹ ਦੱਸਣ ਦੀ ਜ਼ਰੂਰਤ ਹੈ। ਨੰਬਰ 1, I know that I am a sinner and need your forgiveness। ਸਾਨੂੰ ਇਹ ਆਪਣਾ ਦਿਲ ਖੋਲਣ ਦੀ ਲੋੜ ਹੈ ਯਿਸੂ ਦੇ ਅੱਗੇ ਤੇ ਅਸੀਂ ਉਹਨੂੰ ਕਹੀਏ ਕਿ ਮੈਂ ਜਾਣਦਾ ਹਾਂ ਕਿ ਮੈਂ ਬਹੁਤ ਬੜਾ ਪਾਪੀ ਹਾਂ ਤੇ ਮੈਨੂੰ ਜ਼ਰੂਰਤ ਹੈ ਕਿ ਤੂੰ ਮੇਰੇ ਗੁਨਾਹਾਂ ਨੂੰ ਮਾਫ ਕਰ ਦੇ। ਨੰਬਰ 2, I believe that Christ died in my place, paying the penalty for my sin। ਮੈਂ ਇਸ ਗੱਲ ਦਾ ਵੀ ਯਕੀਨ ਕਰਦਾ, ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮੇਰੇ ਲਈ ਮਰਿਆ, ਮੇਰੀ ਜਗ੍ਹਾ ਮਰਿਆ ਔਰ ਉਸਨੇ ਮੇਰੇ ਪਾਪਾਂ ਦੀ ਪਲੈਂਟੀ ਜਿਹੜੀ ਆ ਉਹ ਦੇ ਦਿੱਤੀ, ਮੇਰਾ ਜੁਰਮਾਨਾ ਉਹਨੇ ਭਰ ਦਿੱਤਾ। ਨੰਬਰ 3, I am willing to turn from my sin। ਮੈਂ ਇਹ ਵਾਅਦਾ ਅੱਜ ਕਰਦਾ ਹਾਂ ਕਿ ਮੈਂ ਆਪਣੇ ਪਾਪਾਂ ਤੋਂ ਮੁੜਾਂਗਾ, ਮੈਂ ਫਿਰ ਪਾਪ ਨਹੀਂ ਕਰਾਂਗਾ। ਨੰਬਰ 4, I now invite Jesus Christ to come into my heart and life as my personal savior। ਔਰ ਚੌਥੀ ਗੱਲ ਜਿਹੜੀ ਆ ਕਿ ਮੈਂ ਯਿਸੂ ਨੂੰ ਆਪਣੇ ਜੀਵਨ 'ਚ ਇਨਵਾਈਟ ਕਰ ਰਿਹਾ ਹਾਂ ਤਾਂ ਕਿ ਮੇਰੇ ਦਿਲ ਵਿੱਚ ਤੇ ਮੇਰੀ ਜ਼ਿੰਦਗੀ ਵਿੱਚ ਮੇਰਾ ਪਰਸਨਲ ਸੇਵੀਅਰ ਬਣ ਕੇ ਆਏ। ਤੇ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਦਾ ਪਲੱਜ ਕਰੋ। ਨੰਬਰ 5, I am willing by your help to follow and obey Christ as the Lord of my life। ਮੈਂ ਇਹ ਵੀ ਚਾਹੁੰਦਾ ਹਾਂ ਕਿ ਮੈਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ, ਮਦਦ ਦੀ ਜ਼ਰੂਰਤ ਹੈ। ਮੈਂ ਖੁਦਾਵੰਦ ਯਿਸੂ ਮਸੀਹ ਦਾ ਆਗਿਆਕਾਰੀ ਬੇਟਾ ਬਣ ਕੇ ਉਹਦੇ ਵਿੱਚ, ਪ੍ਰਭੂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰਾਂ। Dear friends, brother and sisters, now
we want to see, where are you now? Where are you now? Maybe this is the human here, this is the God here. And we can just see here, there is a gap. That gap was filled with the cross. Jesus filled that gap. ਔਰ ਜਦੋਂ ਅਸੀਂ ਇਨਸਾਨ ਹਾਂ, ਇਨਸਾਨ ਹੁੰਦੇ ਹਾਂ ਅਸੀਂ ਪਾਪੀ ਹਾਂ, ਕੀ ਆ? ਔਰ ਵੀ ਆਰ ਸੈਪਰੇਟਡ। ਇਨਸਾਨ ਹੁੰਦੇ ਹਾਂ ਅਸੀਂ ਪਾਪੀ ਹੋ ਗਏ ਔਰ ਖੁਦਾ ਤੋਂ ਅਲੱਗ ਹੋ ਗਏ। ਔਰ ਫਿਰ ਵਿਦਆਊਟ ਹੋਪ, ਜੇ ਅਸੀਂ ਇਨਸਾਨ ਹੁੰਦੇ ਹਾਂ ਸਾਡੇ ਕੋਲ ਕੋਈ ਉਮੀਦ ਨਹੀਂ, ਔਰ ਵਿਦਆਊਟ ਗॉड ਫਿਰ ਅਸੀਂ ਖੁਦਾ ਤੋਂ ਬਿਨਾ ਹੋ ਗਏ, ਔਰ ਵਿਦਆਊਟ ਸਪਿਰਿਟ ਫਿਰ ਅਸੀਂ ਬਿਨਾ ਆਤਮਾ, ਯਾਨੀ ਕਿ ਆਤਮਕ ਨਹੀਂ ਆ ਅਸੀਂ, ਆਤਮ ਦੈਨ ਡੈਥ, ਫਿਰ ਸਾਡੇ ਉੱਤੇ ਡੈਥ ਹੈ। ਔਰ ਜਦੋਂ ਇਹ ਗੈਪ ਪੂਰਾ ਹੋ ਗਿਆ, ਖੁਦਾ ਨੇ ਇਸ ਗੈਪ ਨੂੰ ਭਰ ਦਿੱਤਾ, ਯਿਸੂ ਨੇ ਕੁਰਬਾਨੀ ਦੇ ਦਿੱਤੀ। ਔਰ ਇਹ ਜਿਹੜੀ ਸਲੀਬ ਤੁਸੀਂ ਦੇਖਦੇ ਹੋ, ਔਰ ਗੋਡ ਸਾਈਡ ਨਾਓ ਅਸੀਂ ਆ ਹਿਊਮਨ ਜਗ੍ਹਾ ਛੱਡ ਕੇ ਅਸੀਂ ਕਿਹਦੇ ਵੱਲ ਆਉਣਾ? ਖੁਦਾ ਦੇ ਵੱਲ ਆਉਣਾ ਹੈ। ਔਰ ਖੁਦਾ ਦੇ ਵੱਲ ਜਦੋਂ ਆਉਣਾ, ਦੈਨ ਵੀ ਵਿਲ ਬੀ ਜਸਟੀਫਾਈਡ, ਫਿਰ ਅਸੀਂ ਦੋਸ਼ ਮੁਕਤ ਹੋਵਾਂਗੇ। ਵੀ ਵਿਲ ਬੀ ਰੀਕਨਸਾਈਲਡ, ਅਸੀਂ ਦੁਆਰਾ ਸਾਡਾ ਰਿਸ਼ਤਾ ਖੁਦਾ ਦੇ ਨਾਲ ਜੋੜ ਦਿੱਤਾ ਜਾਏਗਾ। ਔਰ ਫਿਰ ਅਸੀਂ ਕੀ ਆ? ਕ੍ਰਾਈਸਟ ਆਵਰ ਹੋਪ, ਫਿਰ ਸਾਡੀ ਮਸੀਹ ਜਿਹੜੀ ਆ, ਸਾਡੀ ਜਿਹੜੀ ਆ ਹੋਪ ਹੋਏਗੀ, ਉਮੀਦ ਹੋਏਗੀ। ਔਰ ਵਿਦ ਗॉड ਫਿਰ ਅਸੀਂ ਖੁਦਾ ਦੇ ਨਾਲ ਹੋਵਾਂਗੇ। ਔਰ ਫਿਲਡ ਵਿਦ ਦਾ ਸਪਿਰਿਟ, ਫਿਰ ਅਸੀਂ ਉਹਦੀ ਆਤਮਾ ਦੇ ਨਾਲ ਭਰ ਜਾਵਾਂਗੇ, ਫਿਰ ਅਸੀਂ ਆਤਮਿਕ ਹੋ ਜਾਵਾਂਗੇ, ਸਪਿਰਿਚੁਅਲ ਹੋ ਜਾਵਾਂਗੇ। ਔਰ ਦੈਨ ਵੀ ਵਿਲ ਹੈਵ ਦਾ ਇਟਰਨਲ ਲਾਈਫ, ਫਿਰ ਸਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਹੋਵੇਗੀ। ਵਾਟ ਏ ਵੰਡਰਫੁਲ ਪਲਾਨ ਸਾਡੇ ਲਈ ਬਣਾਇਆ। ਔਰ ਟੂਡੇ ਆਈ ਵਾਂਟ ਟੂ ਗਿਵ ਮਾਈ ਲਾਈਫ ਟੂ ਜੀਸਸ ਕ੍ਰਾਈਸਟ। ਅਜੀਜ਼ ਭੈਣਾਂ ਤੇ ਭਰਾਵੋ, ਮੈਂ ਅੱਜ ਖੁਦਾ ਦੇ ਅੱਗੇ ਇਹ ਐਦ ਕਰਦਾ ਹਾਂ ਔਰ ਮੈਂ ਮੰਨਦਾ ਹਾਂ ਕਿ ਇਹ ਜੀਵਨ ਮੇਰਾ ਨਹੀਂ ਆ, ਇਹ ਯਿਸੂ ਦਾ। ਆਓ ਅਸੀਂ ਆਪਣਾ ਜੀਵਨ ਯਿਸੂ ਨੂੰ ਦਈਏ। ਆਈ ਰਿਸੀਵ ਜੀਸਸ ਕ੍ਰਾਈਸਟ ਐਜ਼ ਮਾਈ ਪਰਸਨਲ ਸੇਵੀਅਰ। ਅਸੀਂ ਇਸ ਗੱਲ ਨੂੰ ਦੁਹਰਾਈਏ ਔਰ ਕਹੀਏ ਕਿ ਮੈਂ ਯਿਸੂ ਨੂੰ ਆਪਣੇ ਜੀਵਨ 'ਚ ਕਬੂਲ ਕਰ ਲਿਆ। ਔਰ ਜਦੋਂ ਨਿਕਾਹ ਹੁੰਦਾ ਹੈ, ਔਰ ਜਦੋਂ ਜਿਹੜੀ ਦੁਲਹਨ ਆ ਉਹ ਕਹਿੰਦੀ ਕਬੂਲ, ਸਭ ਖੁਸ਼ੀ ਮਨਾਉਂਦੇ ਆ, ਅਸੀਂ ਯਿਸੂ ਦੀ ਦੁਲਹਨ ਆ। ਆਓ ਅਸੀਂ ਯਿਸੂ ਜੋ ਸਾਡਾ ਦੂਲਾ ਆਉਣ ਵਾਲਾ ਆ, ਉਹ ਅਸੀਂ ਉਹਨੂੰ ਦੂਲਾ ਮੰਨ ਲਈਏ ਔਰ ਉਸ ਨੂੰ ਕਬੂਲ ਕਰ ਲਈਏ ਔਰ ਅਸੀਂ ਉਹਦੀ ਦੁਲਹਨ ਬਣ ਜਾਈਏ। Or today I want to give my life to Jesus Christ. I receive Jesus Christ as my personal savior. ਅੱਜ ਮੈਨੂੰ ਜ਼ਰੂਰਤ ਹੈ ਕਿ ਮੈਂ ਯਿਸੂ ਨੂੰ ਆਪਣਾ ਪਰਸਨਲ ਸੇਵੀਅਰ ਮੰਨ ਲਵਾਂ, ਨਜਾਤ ਦਿੰਦਾ ਮੰਨ ਲਾਂ। ਆਪ ਦੀ ਵੀ ਜ਼ਰੂਰਤ ਹੈ ਕਿ ਤੁਸੀਂ ਵੀ ਯਿਸੂ ਨੂੰ ਆਪਣਾ ਨਜਾਤ ਦਿੰਦਾ ਮੰਨ ਲਓ। As a scripture says, everyone who called out to the Lord for help will be saved. ਔਰ ਰੋਮਨ ਚੈਪਟਰ 10 verse 13 ਦੇ ਵਿੱਚ ਲਿਖਿਆ, ਪਰੰਤੂ ਹਰੇਕ ਜੋ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਏਗਾ। ਪ੍ਰਭੂ ਯਿਸੂ ਦਾ ਨਾਮ ਲਏਗਾ, ਜੋ ਪ੍ਰਭੂ ਯਿਸੂ ਦਾ ਨਾਮ ਲਏਗਾ ਉਹ ਕੀ ਹੋਏਗਾ? ਬਚਾਇਆ ਜਾਏਗਾ। ਅਜ਼ੀਜ਼ ਭੈਣੋ ਤੇ ਭਰਾਵੋ, now just now when you received Christ, the following took place. ਜਦੋਂ ਤੁਸੀਂ ਯਿਸੂ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਵੋਗੇ, ਪਹਿਨ ਲਵੋਗੇ, ਯਿਸੂ ਨੂੰ ਕਬੂਲ ਕਰ ਲਓਗੇ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੋਏਗਾ? Your sin were forgiven, ਤੁਹਾਡੇ ਪਾਪ ਜਿਹੜੇ ਮਾਫ ਕੀਤੇ ਜਾਣਗੇ। You become a child of God, ਤੁਸੀਂ ਪਰਮੇਸ਼ਵਰ ਦੀ ਸੰਤਾਨ ਬਣ ਜਾਓਗੇ, ਉਹਦੇ ਬੱਚੇ, ਬੇਟੇ ਔਰ ਬੇਟੀਆਂ ਬਣ ਜਾਓਗੇ। You were made heir of all of God's blessing, ਤੇ ਖੁਦਾ ਦੀਆਂ ਸਾਰੀਆਂ ਬਰਕਤਾਂ ਦੇ ਵਾਰਿਸ ਹੋ ਜਾਵੋਗੇ। And you now have the hope of having the everlasting life. ਤੋ ਜਿਸ ਤਰ੍ਹਾਂ ਕਿ ਜੌਨ 3:16 ਦੇ ਵਿੱਚ ਲਿਖਿਆ ਆਇਆ, God so loved the world, he gave his only begotten son, whosoever believeth in him not perish but get everlasting life. ਖੁਦਾ ਨੇ ਜਹਾਨ ਦੇ ਨਾਲ ਐਸਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਬੇਟਾ ਪ੍ਰਭੂ ਯਿਸੂ ਬਖਸ਼ ਦਿੱਤਾ, ਤਾਂ ਕਿ ਜੋ ਕੋਈ ਵੀ ਉਸ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਬਲਕਿ ਹਮੇਸ਼ਾ ਦਾ ਜੀਵਨ ਪਾਏ। ਤੇ ਹੁਣ
Now you now have the hope of having the eternal life. ਜਦੋਂ ਤੁਸੀਂ ਯਿਸੂ ਨੂੰ ਗ੍ਰਹਿਣ ਕਰ ਲੈਂਦੇ ਹੋ, ਰਿਸੀਵ ਕਰ ਲੈਂਦੇ ਹੋ, ਮੰਨ ਲੈਂਦੇ ਹੋ, ਆਪਣੇ ਜੀਵਨ 'ਚ ਲੈ ਲੈਂਦੇ ਹੋ, ਉਸ ਨੂੰ ਕਬੂਲ ਕਰ ਲੈਂਦੇ ਹੋ, ਤਾਂ ਯਿਸੂ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਛੋਟੀ ਮੋਟੀ ਜ਼ਿੰਦਗੀ ਨਹੀਂ, not life, not the abundant life, but the eternal life. The life will never cease. The life will never end. And the life not included sorrow or the diseases or the sickness. And that life without sorrow, without sickness, without death. और जिस लाइफ दे विच ना मौत है, ना बीमारी है, ना तंगी है, ना तकलीफ है, ना साड़ा है, ना कुछ नहीं है, और वो जड़ी जिंदगी है हमेशा दी जिंदगी है। So 1 John chapter 5 verse 12 and 13 says, he who has the Son has life. He who does not have the Son of God does not have life. These things I have written to you who believe in the name of the Son of God, that you may know that you have received. So ਜਿਹਦੇ ਕੋਲ ਯਿਸੂ ਹੈ, ਜਿਹਦੇ ਕੋਲ ਖੁਦਾ ਦਾ ਬੇਟਾ ਯਿਸੂ ਹੈ, ਉਹਦੇ ਕੋਲ ਜੀਵਨ ਹੈ। ਉਹਦੇ ਕੋਲ ਕੀ ਹੈ? ਜੀਵਨ। ਜਿਹਦੇ ਕੋਲ ਪਰਮੇਸ਼ਵਰ ਦਾ ਪੁੱਤਰ ਯਿਸੂ ਨਹੀਂ ਹੈ, ਉਹਦੇ ਕੋਲ ਜੀਵਨ ਨਹੀਂ ਹੈ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ, ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ਵਰ ਦੇ ਪੁੱਤਰ ਦੇ ਨਾਮ ਉੱਤੇ ਨਿਸ਼ਚੈ ਕਰਕੇ ਭਈ ਤੁਸੀਂ ਜਾਣੋ ਕਿ ਹਮੇਸ਼ਾ ਦਾ ਜੀਵਨ ਤੁਹਾਨੂੰ ਮਿਲ ਗਿਆ ਹੈ। ਅਜ਼ੀਜ਼ ਭੈਣਾਂ ਤੇ ਭਰਾਵੋ, ਅੱਜ ਸਾਨੂੰ ਯਕੀਨ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਯਿਸੂ ਤੇ ਪੂਰਾ ਸੰਪੂਰਨ ਭਰੋਸਾ ਰੱਖਦੇ ਹਾਂ, ਉਹ ਤੇ ਵਿਸ਼ਵਾਸ ਕਰਦੇ ਹਾਂ ਔਰ ਉਹਨੂੰ ਅਸੀਂ ਮੰਨ ਲੈਂਦੇ ਹਾਂ, ਆਪਣੇ ਜੀਵਨ 'ਚ ਲੈ ਲੈਂਦੇ ਹਾਂ, ਉਹਨੂੰ ਅਸੀਂ ਕਬੂਲ ਕਰ ਲੈਂਦੇ ਹਾਂ, ਨਿਸ਼ਚੈ 'ਚ ਬਣੇ ਰਹਿੰਦੇ ਹਾਂ, ਤੇ ਸਾਡੀ ਨਜਾਤ ਪੱਕੀ ਆ। ਔਰ ਉਹ ਨਜਾਤ ਜਿਹੜੀ ਆ ਸਾਨੂੰ ਹਮੇਸ਼ਾ ਦੀ ਮੌਤ ਤੋਂ ਮਿਲਣੀ ਆ। ਹਮੇਸ਼ਾ ਦੀ ਮੌਤ ਫਿਰ ਸਾਡੇ ਕੋਲ ਨਹੀਂ ਰਹੇਗੀ। ਹਮੇਸ਼ਾ ਦੀ ਜ਼ਿੰਦਗੀ ਸਾਡੇ ਕੋਲ ਚਲੇ ਗਈ ਸੀ, ਉਹ ਹਮੇਸ਼ਾ ਦੀ ਜ਼ਿੰਦਗੀ ਸਾਨੂੰ ਫਿਰ ਪ੍ਰਾਪਤ ਹੋ ਜਾਏਗੀ। ਉਹ ਹਮੇਸ਼ਾ ਦੀ ਜ਼ਿੰਦਗੀ ਅਸੀਂ ਯਿਸੂ ਦੇ ਨਾਲ ਗੁਜ਼ਾਰਾਂਗੇ, ਜਦੋਂ ਕਿ ਯਿਸੂ ਬਹੁਤ ਜਲਦ ਆ ਰਿਹਾ ਹੈ। ਇਹ ਆਖਰੀ ਸਮਾਂ ਹੈ ਔਰ ਆਫਤਾਂ ਆ ਰਹੀਆਂ ਨੇ। ਕਰੋਨਾ ਵਾਇਰਸ ਹਾਵੀ ਹੋ ਰਿਹਾ ਹੈ, ਲੇਕਿਨ ਡਰਨ ਦੀ ਲੋੜ ਨਹੀਂ ਆ। ਇਹਦੇ ਨਾਲ ਲੜਨਾ ਆ ਔਰ ਪ੍ਰਭੂ ਅੱਗੇ ਬੇਨਤੀ ਕਰਨੀ ਆ। ਅਸੀਂ ਆਪਣੇ ਗੁਨਾਹਾਂ ਦੀ ਤੋਬਾ ਕਰਨੀ ਆ, ਯਿਸੂ ਨੂੰ ਆਪਣੇ ਜੀਵਨ 'ਚ ਲੈਣਾ ਆ, ਤੇ ਕਰੋਨਾ ਸਾਡਾ ਕੱਖ ਨਹੀਂ ਕਰ ਸਕਦਾ। ਆਓ ਅਸੀਂ ਯਿਸੂ ਦੀ ਉਸ ਕੁਰਬਾਨੀ ਨੂੰ ਯਾਦ ਰੱਖੀਏ, ਜਿਹੜੀ ਕੁਰਬਾਨੀ ਅੱਜ ਤੋਂ 2020 ਸਾਲ ਪਹਿਲਾਂ ਯਿਸੂ ਨੇ ਕੋਹੇ ਕਲਵਰੀ ਪਹਾੜ ਉੱਤੇ ਸਲੀਬ ਉੱਤੇ ਜਾਨ ਦੇ ਕੇ ਕੀਤੀ ਸੀ। ਤੋ ਇਸ ਲਈ ਅਸੀਂ ਖੁਦਾਵੰਦ ਦਾ ਧੰਨਵਾਦ ਕਰੀਏ। ਔਰ ਕਿਉਂਕਿ ਜਿਹੜੀ ਗੁਨਾਹ ਦੀ ਮਜ਼ਦੂਰੀ ਮੌਤ ਹੈ, ਪਰ ਖੁਦਾਵੰਦ ਦੀ ਬਖਸ਼ਿਸ਼ ਪ੍ਰਭੂ ਯਿਸੂ ਮਸੀਹ ਦੇ ਵਿੱਚ ਹਮੇਸ਼ਾ ਦਾ ਜੀਵਨ ਹੈ। ਆਓ ਅਸੀਂ ਚਾਹੇ ਪਾਪੀ ਹਾਂ, ਗੁਨਾਹਗਾਰ ਹਾਂ ਔਰ ਮੌਤ ਦੇ ਮੂੰਹ ਦੇ ਵਿੱਚ ਪਏ ਹੋਏ ਹਾਂ, ਲੇਕਿਨ ਇਸ ਮੌਤ ਤੋਂ ਯਿਸੂ ਨੇ ਸਾਨੂੰ ਬਚਾ ਲਿਆ ਹੈ ਔਰ ਉਹ ਅੱਜ ਸਾਡੇ ਦਿਲ ਦੇ ਦਰਵਾਜ਼ੇ ਦੇ ਉੱਤੇ ਖੜਾ ਖਟਖਟਾ ਰਿਹਾ ਹੈ। ਆਓ ਅਸੀਂ ਆਪਣਾ ਦਿਲ ਦਾ ਦਰਵਾਜ਼ਾ ਖੋਲੀਏ, ਯਿਸੂ ਨੂੰ ਅੰਦਰ ਇਨਵਾਈਟ ਕਰੀਏ ਤਾਂ ਕਿ ਉਹ ਸਾਡੇ ਦਿਲਾਂ 'ਚ ਆਏ ਔਰ ਸਾਡੀ ਜ਼ਿੰਦਗੀ 'ਚ ਵਾਸ ਕਰੇ, ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਆ ਉਹ ਸੁਧਰ ਜਾਏ, ਆਤਮਿਕ ਹੋ ਜਾਏ, ਤਾਂ ਕਿ ਕਿਉਂਕਿ ਖੁਦਾਵੰਦ ਆਤਮਿਕ ਹੈ, ਪਵਿੱਤਰ ਹੈ, ਤਾਂ ਕਿ ਅਸੀਂ ਵੀ ਪਵਿੱਤਰ ਹੋ ਕੇ ਪਵਿੱਤਰ ਚਿਹਰੇ ਨੂੰ ਦੇਖ ਕੇ ਉਹਦੇ ਜਲਾਲ ਦੇ ਵਿੱਚ ਦਾਖਲ ਹੋ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਕੇ ਸਵਰਗ ਦੇ ਰਾਜ ਦੇ ਭਾਗੀ ਹੋ ਸਕੀਏ। ਕਾਸ਼ ਕਿ ਖੁਦਾਵੰਦ ਆਪ ਸਭ ਨੂੰ ਵੀ ਇਹ ਤੌਫੀਕ ਦੇ ਆ, ਤੁਸੀਂ ਵੀ ਸਭ ਖੁਦਾ ਦੇ ਰਾਜ ਲਈ ਤਿਆਰ ਹੋ ਸਕੋ। ਮੇਰੀ ਇਹੋ ਹੀ ਦੁਆ ਹੈ, ਖੁਦਾਵੰਦ ਆਪ ਸਭ ਨੂੰ ਬੜੀ ਆਸ਼ੀਸ਼ ਦੇ, ਬਰਕਤ ਦੇ। ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਰਹਿਮ ਤੇ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਰਫਾਕਤ ਤੇ ਸ਼ਰਾਕਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਾਡੇ ਸਭ ਦੇ ਨਾਲ, ਖਾਸ ਤੌਰ ਦੇ ਨਾਲ ਤਮਾਮ ਟੀਵੀ ਦੇ ਦਰਸ਼ਕਾਂ ਦੇ ਨਾਲ, ਜੋ ਅਮੀਰ ਟੀਵੀ ਦੇ ਦਰਸ਼ਕਾਂ ਦੇ ਨਾਲ ਹਮੇਸ਼ਾ ਹਮੇਸ਼ਾ ਤੇਰੀ ਉਪਸਥਿਤੀ ਹੁੰਦੀ ਰਹੇ। ਆਮੀਨ, ਆਮੀਨ। God bless you all. Amen.